ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ ਦੇ। ਇਹ ਧਾਰਮਿਕ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਰਜ਼ਮੀਨ ਤੇ ਸਥਿਤ ਹੈ। ਸਾਧ ਸੰਗਤ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਖੇ ਦੁੱਧ ਛਕਾਇਆ ਗਿਆ ਸੀ। ਇਸ ਧਾਰਮਿਕ ਸਥਾਨ ਉੱਤੇ ਉਹ ਵੀ ਗਿਲਾਸ ਸੁਸ਼ੋਭਿਤ ਹਨ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਦੁੱਧ ਛਕਿਆ ਸੀ। ਆਓ ਅੰਦਰ ਚੱਲਦੇ ਹਾਂ ਤੇ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ, ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 9 ਫਰਵਰੀ 1677 ਈਸਵੀ ਨੂੰ ਪਿਤਾ ਹਰਾ ਰਾਮ ਅਤੇ ਮਾਤਾ ਲੱਦੋ ਜੀ ਦੀ ਕੁੱਖੋਂ ਸਰਹੰਦ ਵਿਖੇ ਟਾਮਣਾ ਗੋਤਰ ਨਾਲ ਸੰਬੰਧਿਤ ਪਰਿਵਾਰ ਵਿੱਚ ਹੋਇਆ। ਕਵੀ ਕਿਸ਼ਨ ਸਿੰਘ ਇਹਨਾਂ ਦੇ ਪਰਿਵਾਰ ਨੂੰ ਸੰਗਤਪੁਰ ਵਾਸੀ ਹੋਣ ਬਾਰੇ ਲਿਖਦੇ ਨੇ। ਸਾਧ ਸੰਗਤ ਜੀ, ਤੁਹਾਨੂੰ ਦੱਸ ਦਈਏ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਿਤਾ ਜੀ ਵਿਆਹ ਸ਼ਾਦੀਆਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੇ ਸਨ। ਪਿਤਾ ਪੁਰਖੀ ਕੀਤਾ ਹੋਣ ਕਾਰਨ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਛੋਟੀ ਉਮਰੇ ਹੀ ਖਾਣਾ ਬਣਾਉਣ ਵਿੱਚ ਮੁਹਾਰਤ ਹਾਸਲ ਕਰ ਲਈ ਸੀ। 17 ਸਾਲਾਂ ਦੀ ਛੋਟੀ ਉਮਰੇ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸੂਬਾ ਸਰਹੰਦ ਦੇ ਕੈਦਖਾਨੇ ਵਿੱਚ ਕੈਦੀਆਂ ਵਾਸਤੇ ਖਾਣਾ ਤਿਆਰ ਕਰਨ ਅਤੇ ਉਹਨਾਂ ਨੂੰ ਖਵਾਉਣ ਦੀ ਨੌਕਰੀ ਮਿਲ ਗਈ ਸੀ। ਸਾਧ ਸੰਗਤ ਜੀ, ਤੁਹਾਨੂੰ ਦੱਸ ਦਈਏ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਿਤਾ ਜੀ ਹਰਾ ਰਾਮ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ, ਉਸ ਘੇਰੇ ਵਿੱਚ ਆ ਗਏ ਸਨ, ਜਿਸ ਕਾਰਨ ਇਹਨਾਂ ਨੇ ਸਿੰਘਾਂ ਦੇ ਨਾਲ ਕਿਲੇ ਅੰਦਰ ਹੀ ਰਹਿਣਾ ਸ਼ੁਰੂ ਕਰ ਦਿੱਤਾ। ਸਾਧ ਸੰਗਤ ਜੀ, ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਿਤਾ ਜੀ ਹਰਾ ਰਾਮ ਸਿੰਘਾਂ ਦੀ ਜੀਵਨ ਸ਼ੈਲੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਅੰਮ੍ਰਿਤ ਛਕ ਲਿਆ ਅਤੇ ਉਹ ਹਰਾ ਰਾਮ ਤੋਂ ਹਰਾ ਸਿੰਘ ਬਣ ਗਏ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ, ਹੁਣ ਅਸੀਂ ਭੋਰਾ ਸਾਹਿਬ ਦੇ ਦਰਸ਼ਨ ਕਰਾਂਗੇ, ਜਿੱਥੇ ਉਹੀ ਗਿਲਾਸ ਜਿਹੜੇ ਨੇ ਸੁਸ਼ੋਭਿਤ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਵੱਲੋਂ ਦੁੱਧ ਛਕਿਆ ਗਿਆ ਸੀ। ਆਓ ਅੰਦਰ ਚੱਲਦੇ ਹਾਂ ਤੇ ਇਸ ਦੇ ਦਰਸ਼ਨ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ, ਇਸ ਵਕਤ ਤੁਸੀਂ ਦਰਸ਼ਨ ਕਰ ਰਹੇ ਹੋ ਉਹਨਾਂ ਗਿਲਾਸਾਂ ਦੇ ਜਿਨ੍ਹਾਂ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਠੰਡੇ ਬੁਰਜ ਵਿਖੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਗਿਆ ਸੀ। ਸਾਧ ਸੰਗਤ ਜੀ, ਇਹ ਦੋਵੇਂ ਗਿਲਾਸ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ ਵਿਖੇ ਸੁਸ਼ੋਭਿਤ ਹਨ। ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀ 6 ਅਤੇ 7 ਪੋਹ ਦੀ ਰਾਤ ਨੂੰ ਭਿਆਨਕ ਜੰਗ ਦਰਮਿਆਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ ਤੇ ਵਿਛੜ ਗਿਆ। ਮਾਤਾ ਗੁਜਰ ਕੌਰ ਜੀ ਅਤੇ 2 ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਰੋਪੜ ਵੱਲ ਨੂੰ ਤੁਰ ਪਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ 5 ਪਿਆਰੇ ਅਤੇ 40 ਸਿੰਘ ਚਮਕੌਰ ਸਾਹਿਬ ਵੱਲ ਤੁਰ ਪਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਗੰਗੂ ਬ੍ਰਾਹਮਣ ਨੂੰ ਮਿਲ ਗਏ ਤੇ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ। ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵਾਲੀ ਗੁਥਲੀ ਵੇਖ ਕੇ ਉਸਦਾ ਮਨ ਬੇਈਮਾਨ ਹੋ ਗਿਆ। ਉਸਨੇ ਮੋਹਰਾਂ ਚੋਰੀ ਕਰਕੇ ਚੋਰ ਦਾ ਰੌਲਾ ਪਾ ਦਿੱਤਾ। ਮਾਤਾ ਜੀ ਨੇ ਬਥੇਰਾ ਆਖਿਆ ਕਿ ਤੈਨੂੰ ਮੋਹਰਾਂ ਚਾਹੀਦੀਆਂ ਹਨ ਤਾਂ ਰੱਖ ਲੈ, ਚੋਰ ਦਾ ਰੌਲਾ ਨਾ ਪਾ। ਬੇਈਮਾਨ ਗੰਗੂ ਨੇ ਮਾਤਾ ਜੀ ਦੀ ਇੱਕ ਨਾ ਸੁਣੀ ਅਤੇ ਮੋਰਿੰਡਾ ਦੇ ਕੋਤਵਾਲ ਨੂੰ ਜਾ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਇਤਲਾਹ ਦੇ ਦਿੱਤੀ ਅਤੇ ਮੋਰਿੰਡਾ ਦਾ ਕੋਤਵਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਮੋਰਿੰਡਾ ਦੀ ਕੋਤਵਾਲੀ ਵਿਖੇ ਲੈ ਆਇਆ ਅਤੇ ਉਸਨੇ ਸੂਬਾ ਸਰਹੰਦ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਫੜਾ ਦਿੱਤਾ। ਸਾਧ ਸੰਗਤ ਜੀ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਕੈਦ ਸਨ ਤਾਂ 3 ਦਿਨਾਂ ਦੇ ਦ੍ਰਿਸ਼ ਨੂੰ ਵੇਖ ਕੇ ਭਾਈ ਮੋਤੀ ਰਾਮ ਮਹਿਰਾ ਜੀ ਦਾ ਦਿਲ ਤੜਫ ਉੱਠਿਆ ਤੇ ਉਹਨਾਂ ਨੇ ਪ੍ਰਣ ਕਰ ਲਿਆ ਕਿ ਉਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸੇਵਾ ਜ਼ਰੂਰ ਕਰਨਗੇ। ਭਾਈ ਮੋਤੀ ਰਾਮ ਮਹਿਰਾ ਨੇ ਆਪਣੇ ਪਰਿਵਾਰ ਨਾਲ ਸਲਾਹ ਮਸ਼ਵਰਾ ਕੀਤਾ ਕਿ ਸਾਨੂੰ ਭੁੱਖਣ ਭਾਣੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਰੋਟੀ ਦੁੱਧ ਆਦਿ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤਿਆਂ 3 ਦਿਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਛਕਾਇਆ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਦੁੱਧ ਛਕਾਇਆ ਗਿਆ ਸੀ, ਜਿਸ ਕਾਰਨ ਸਰਹੰਦ ਦੇ ਨਵਾਬ ਵਜ਼ੀਰ ਖਾਂ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜਨ ਦਾ ਹੁਕਮ ਦੇ ਦਿੱਤਾ ਗਿਆ ਸੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਸੀ। ਉਹਨਾਂ ਦੇ 6 ਸਾਲਾਂ ਦੇ ਪੁੱਤਰ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ ਬਣਾਇਆ ਗਿਆ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਸਾਡੀਆਂ ਸੰਗਤਾਂ ਨੂੰ ਜਾਣੂ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਅਸਥਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਦੀ ਮਿੱਠੀ ਯਾਦ ਵਿੱਚ ਬਸੀ ਰੋਡ ਰੋਜ਼ਾ ਸ਼ਰੀਫ ਦੇ ਬਿਲਕੁਲ ਸਾਹਮਣੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਣਿਆ ਹੋਇਆ ਹੈ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਜੋ ਕਿ ਸੂਬਾ ਵਜੀਦ ਖਾਨ ਦੇ ਹਿੰਦੂ ਕੈਦੀਆਂ ਨੂੰ ਭੋਜਨ ਛਕਾ ਕੇ ਬਣਾ ਕੇ ਛਕਾਇਆ ਕਰਦੇ ਸਨ। ਜਦੋਂ ਸੂਬਾ ਵਜੀਦ ਖਾਨ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ ਤਾਂ ਇਹ ਖਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਮਿਲਦੀ ਹੈ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਪਹਿਲਾਂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ। ਉਹਨਾਂ ਨੇ ਸ਼ਾਮ ਨੂੰ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਾਸਤੇ ਮੁਸਲਮਾਨਾਂ ਦੀ ਰਸੋਈ ਦੇ ਵਿੱਚੋਂ ਖਾਣਾ ਲੈ ਕੇ ਪਹੁੰਚੇ ਤਾਂ ਮਾਤਾ ਜੀ ਨੇ ਕਾਫਰਾਂ ਦੇ ਘਰ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਬਾਬਾ ਜੀ ਨਿਰਾਸ਼ ਹੋ ਕੇ ਮੁੜ ਗਏ ਅਤੇ ਸ਼ਾਮ ਨੂੰ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੀ ਮਾਤਾ ਅਤੇ ਘਰਵਾਲੀ ਪੁੱਛਣਾ ਕਰਦੀ ਹੈ ਕਿ ਅੱਜ ਤੁਸੀਂ ਉਦਾਸ ਹੋ। ਬਾਬਾ ਜੀ ਨੇ ਸਾਰੀ ਦਾਸਤਾਨ ਆਪਣੇ ਘਰਦਿਆਂ ਨੂੰ ਸੁਣਾਈ ਅਤੇ ਉਹਨਾਂ ਦੀ ਮਾਤਾ ਅਤੇ ਉਹਨਾਂ ਦੇ ਘਰਵਾਲੀ ਨੇ ਰਲ ਮਿਲ ਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਦੁੱਧ ਗਰਮ ਕਰਕੇ ਦਿੱਤਾ ਅਤੇ ਉਹਨਾਂ ਦੇ ਘਰਵਾਲੀ ਨੇ ਆਪਣੇ ਸਾਰੇ ਗਹਿਣੇ ਗੱਟੇ ਲਾ ਕੇ ਜੋ ਪਹਿਰੇਦਾਰ ਸੀਗੇ ਉਹਨਾਂ ਨੂੰ ਰਿਸ਼ਵਤ ਵਜੋਂ ਦੇਣ ਲਈ ਦੇ ਦਿੱਤੇ ਅਤੇ ਬਾਬਾ ਜੀ ਨੇ 3 ਦਿਨ 3 ਰਾਤਾਂ ਦੁੱਧ ਅਤੇ ਜਲ ਦੀ ਸੇਵਾ ਨਿਭਾਈ।
ਇਹ ਸੇਵਾ ਨਿਭਾਉਣ ਦੇ ਬਦਲੇ ਜਦੋਂ ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਸ਼ਹੀਦੀ ਪਾ ਗਏ ਤਾਂ ਸੂਬੇ ਵਜੀਦ ਖਾਨ ਨੂੰ ਕੁਝ ਦੇਰ ਬਾਅਦ ਪਤਾ ਲੱਗਦੀ ਹੈ ਕਿ ਸਾਡੇ ਹੀ ਨੌਕਰ ਨੇ ਸਾਡੇ ਮੁਜਰਮਾਂ ਨੂੰ ਸਾਡੀ ਸ਼ਰਅ ਤੋਂ ਖਿਲਾਫ ਦੁੱਧ ਅਤੇ ਜਲ ਛਕਾਇਆ ਹੈ। ਤਾਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਮੇਤ ਪਰਿਵਾਰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਉਹਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਪਾਵਨ ਅਸਥਾਨ ਬਣਾਇਆ ਗਿਆ ਹੈ। ਇੱਥੇ ਉਹ ਗਲਾਸ ਸੁਸ਼ੋਭਿਤ ਹਨ ਜਿਨ੍ਹਾਂ ਗਲਾਸਾਂ ਨਾਲ ਬਾਬਾ ਜੀ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਦੁੱਧ ਛਕਾਇਆ ਸੀ। ਉਹ ਗਲਾਸਾਂ ਦੇ ਵੀ ਦਰਸ਼ਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿ ਬਾਬਾ ਜੀ, ਸਾਡੀ ਸੰਗਤਾਂ ਨੂੰ ਦੱਸੋ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਦੋਂ ਹੋਈ ਸੀ? ਅਮਰਜੀਤ ਬਾਬਾ ਮੋਤੀ ਰਾਮ ਰਹਿਮਤ ਚੈਰੀਟੇਬਲ ਟਰੱਸਟ ਸ੍ਰੀ ਫਤਿਹਗੜ੍ਹ ਸਾਹਿਬ ਦਾ ਇਹ ਸਥਾਪਨਾ ਲਗਭਗ 1985 ਵਿੱਚ ਹੋਈ ਸੀ। ਕਿਉਂਕਿ ਬਹੁਤਾ ਬਾਬਾ ਜੀ ਦਾ ਪ੍ਰਚਾਰ ਨਹੀਂ ਹੋ ਸਕਿਆ ਅਣਗੌਲੇ ਸੀ, ਹੋਣ ਕਰਕੇ ਸਾਡੀ ਕੌਮ ਨੇ ਮਹਿਰਾ ਭਾਈ ਨੇ ਇਕੱਠੇ ਹੋ ਕੇ ਇਹਦਾ ਸੋਚਿਆ ਵੀ ਅਸੀਂ ਆਪਾਂ ਕੋਈ ਨਾ ਕੋਈ ਬਣਾ ਦੀ ਯਾਦਗਾਰ ਬਣਾਈਏ। ਫਿਰ ਫੈਸਲਾ ਕੀਤਾ ਕਿ ਆਪਾਂ ਇੱਕ ਟਰੱਸਟ ਬਣਾ ਕੇ ਉਹਦੀ ਜਗ੍ਹਾ ਖਰੀਦ ਕੇ ਅਤੇ ਆਪਣੇ ਬਲਬੂਤੇ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਈ। ਸਾਨੂੰ ਸੋਨੀ ਗੁਰਦੁਆਰਾ ਕਮੇਟੀ ਨੇ ਕੁਛ ਥੋੜ੍ਹੀ ਮਦਦ ਕੀਤੀ, ਜਿਵੇਂ 2000 ਅਗਰ ਥਾਂ ਲੈ ਕੇ ਤਾਂ 10,000 ਰੁਪਇਆ ਰੇਟ ਵਗੈਰਾ, ਅਤੇ ਫਿਰ ਬਾਕੀ ਸੰਗਤ ਦੇ ਸਹਿਯੋਗ ਨਾਲ ਯੂਪੀ ਦੀ ਸੰਗਤ ਤੋਂ ਬਾਹਰਲੀਆਂ ਸੰਗਤਾਂ ਤੋਂ ਤੁਹਾਡੇ ਇਮਾਰਤ ਕਰਕੇ ਸ਼ੁਰੂ ਹੋਈ ਹੈ ਤਾਂ ਕਿ ਸੰਗਤ ਨੂੰ ਹੁਣ ਆਉਣ ਜਾਣ ਵਾਸਤੇ ਅਤੇ ਲੋਕ ਦੇਸ਼ ਪ੍ਰਦੇਸ਼ ਤੋਂ ਇੱਥੇ ਆਉਂਦੇ ਨੇ। 24, 25, 26, 27 ਨੂੰ ਹਰ ਸਾਲ ਤਰ੍ਹਾਂ ਇੱਥੇ ਜੋੜਨਾ ਲੱਗਦਾ ਹੈ ਅਤੇ ਲੱਖਾਂ ਦਾ ਸੰਗਤ ਇੱਥੇ ਦਰਸ਼ਨ ਕਰਦੀ ਹੈ। ਉਹਨਾਂ ਵਾਸਤੇ ਪ੍ਰਬੰਧ ਅਤੇ ਪਿਛਲੇ ਪਾਸੇ ਸਰਾਏ 40-45 ਕਮਰੇ, ਅਤੇ ਜਦੋਂ ਦੇਸ਼ੋਂ ਵਿਦੇਸ਼ ਤੋਂ ਕੋਈ ਵੀ ਆਉਂਦੀ ਹੈ ਤਾਂ ਅਸੀਂ ਉਹਦੀ ਸੇਵਾ ਵਾਸਤੇ ਪਹੁੰਚਾਉਂਦੇ ਹਾਂ। ਅਤੇ ਲੰਗਰ 24 ਘੰਟੇ ਇੱਥੇ ਚੱਲਦਾ ਰਹਿੰਦਾ ਹੈ। ਉਹਨਾਂ ਯਾਦ ਨੂੰ ਅਸੀਂ ਸਮਰਪਿਤ ਸਾਰੀ ਬਿਲਕੁਲ ਨਿਰਪੱਖ ਅਤੇ ਬਿਨਾਂ ਕਿਸੇ ਲੋਭ ਤੋਂ ਸੇਵਾ ਕਰਦੇ। ਇਹ ਸਾਰੇ ਜੋ ਵੀ ਕੀਤਾ ਹੈ ਇਹ ਸੰਗਤ ਦੇ ਸਹਿਯੋਗ ਨਾਲ ਹੀ ਹੈ। ਇੱਥੇ ਇਹਦੀ ਕੋਈ ਪ੍ਰੋਪਰਟੀ ਨਹੀਂ, ਕੋਈ ਉਹ ਨਹੀਂ ਹੈ, ਸਾਰਾ ਸੰਗਤ ਦੇ ਸੇਵਾ ਨਾਲ ਹੀ ਲੰਗਰ ਚੱਲਦੇ, ਸੇਵਾ ਨਾਲ ਹੀ ਸਾਰਾ ਕੋਈ ਇਮਾਰਤ ਸ਼ੁਰੂ ਹੋਈ ਹੈ। ਅਤੇ ਅੱਗੇ ਵੀ ਜੋ ਬਾਬੇ ਦਾ ਪ੍ਰਚਾਰ ਆ ਜੀ ਇਸ ਤਰ੍ਹਾਂ ਕਰਦੇ ਨੇ, ਹਰ ਦੁਨੀਆ ਦੇ ਕੋਨੇ ਕੋਨੇ 'ਤੇ ਪਹੁੰਚਾਉਂਦੇ ਅਸੀਂ ਵਚਨਬੱਧ ਹਾਂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਤੁਸੀਂ ਇੱਥੇ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਉਂਦੇ ਹੋ? ਮੈਂ ਇਹ ਦੂਜੀ ਵਾਰੀ ਦਰਸ਼ਨਾਂ ਕਰ ਰਿਹਾ ਹੈ। ਬਾਬਾ ਮੋਤੀ ਰਾਮ ਜੀ ਦਾ ਦਰਸ਼ਨ ਇਸ਼ਨਾਨ ਕਰਕੇ ਅਸੀਂ ਆਪਣੇ ਜਨਮ ਸਫਲਾ ਕਰਦੇ ਹਾਂ। ਹੈਦਰਾਬਾਦ ਤੋਂ ਇਹ ਸੰਗਤ ਹਜੂਰੀ ਸੰਗਤ ਆਈ ਹੋਈ ਹੈ। हेमकुंड साहब जी के सीधे दर्शन करके गोबिंद धाम गोबिंद घाट तो सीधे नीचे उतर के पाउंटा साहब करके असी इत्थे आए हैं। फतेहगढ़ साहब जोत स्वरूप साहब जी के खुले दर्शन दीदार लेके गुरु ग्रंथ साहब जी के आशीषां दा वरदान मंगते हुए असी दर्शन करते हुए इत्थे आए हैं। ਤੁਹਾਡੇ ਨਾਲ ਬੱਚੇ ਵੀ ਆਏ ਹੈਗੇ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਧਾਰਮਿਕ ਸਥਾਨ ਦੇ ਉੱਤੇ ਲੈ ਕੇ ਆਏ ਤਾਂ ਬੱਚਿਆਂ ਦੇ ਮਨਾਂ ਦੇ ਵਿੱਚ ਕਿਹੋ ਜਿਹੇ ਸਵਾਲ ਸੀਗੇ? ਅਸੀਂ ਇਹੀ ਕਹਦੇ ਹਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਾਸਤ ਸਿੱਖੀ ਇਤਿਹਾਸ ਵਿਰਾਸਤ ਵਿਰਸੇ ਨਾਲ ਪਰਿਚय ਕਰਵਾਈਏ और रहत मर्यादा दे पूरे रहत मर्यादा दे धारणी बनकर और सिक्की असूलों पे अपना पैरा दिए, अपने सच में अपने शहीदों के हकदार वारिस कहलवाने के हकदार बने। असी यही अपने बच्चों को शिक्षा देंगे हाँ जी। सर तुसी भी इत्थे पहली बारी आए हो जां पहला भी आउंदे? हाँ जी हाँ जी, पहली बारी आए सी असी इत्थे ते सानू बहुत वधिया लग्या। शहीदां सिंहां दा स्थान हैगा है। बाबा मोती महाराज जी ने दूध छकाया सी छोटे साहिबजादे ते माता गुजर कौर जी नूं, ते साडे बच्चों नूं भी दस्सिया सी इतिहास इत्थे दा, ते बहुत वधिया अच्छा लग्या। ते असी भी कहना चाहुंदे हां संगत नूं भी कि सिक्खी सामनी चाहिदी है। दक्खण विच सिक्खी बहुत ज़्यादा है। पंजाब दा माहौल थोड़ा, पंजाब दे नौजवान नूं थोड़ा नशिया तो परे रहना चाहिए। दक्खण विच सारे सिंघां संपूर्ण रहत मर्यादा अनुसार रहिंदे ने।
ਤੁਸੀਂ ਵੀ ਇਸ ਸਥਾਨ ਦੇ ਉੱਤੇ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਆਏ ਹੋ? ਹਾਂਜੀ, ਅਸੀਂ ਸਾਰੇ ਪਹਿਲੀ ਵਾਰੀ ਆਏ ਹਾਂ ਤੇ ਅਸੀਂ ਉਹੀ ਬੱਚਿਆਂ ਨੂੰ ਦੱਸਿਆ ਸੀ ਇੱਥੋਂ ਦਾ ਇਤਿਹਾਸ, ਜਿਹੜਾ ਮੋਤੀ ਰਾਮ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਦੂਧ ਛਕਾਇਆ ਸੀ ਤੇ ਸਾਨੂੰ ਬਹੁਤ ਚੰਗਾ ਲੱਗਿਆ ਸੀ ਤੇ ਬੱਚਿਆਂ ਨੇ ਵੀ ਦਰਸ਼ਨ ਕਰਕੇ। ਵਾਹਿਗੁਰੂ 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 ਵਾਹਿਗੁਰੂ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ? ਮੇਰਾ ਨਾਮ ਮਨਜੀਤ ਕੌਰ ਹੈ। ਮੈਂ ਨਾਲਾਗੜ੍ਹ ਤੋਂ ਆਈ, ਹਿਮਾਚਲ ਵਿੱਚ ਪੈਂਦਾ, ਜ਼ਿਲ੍ਹਾ ਸੋਲਨ। ਜੀ, ਤੁਸੀਂ ਇਸ ਸਥਾਨ ਤੇ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਏ ਹੋ? ਨਹੀਂ, ਮੈਂ ਪਹਿਲੀ ਬਹੁਤ ਵਾਰ ਆਈ। ਜੀ, ਸਾਨੂੰ ਇਸ ਸਥਾਨ ਬਾਰੇ ਕਿਹਨਾਂ ਨੇ ਜਾਣਕਾਰੀ ਦਿੱਤੀ ਸੀ? ਇਹ ਸਾਡਾ ਇਤਿਹਾਸ ਵਿੱਚ ਲਿਖਿਆ ਹੋਇਆ ਵਾ ਵੀ ਗੁਰੂ ਇਹ ਜਿਹੜਾ ਮੋਤੀ ਮਹਿਰਾ ਸੀ ਨਾ, ਇਹਨੇ ਇੱਥੇ ਬੱਚਿਆਂ ਨੂੰ ਦੁੱਧ ਪਿਆਇਆ ਸੀ ਤੇ ਇਹਨੇ ਉਹਨਾਂ ਦੇ ਦੁੱਧ ਪਿਆਉਣ ਦੀ ਸਜ਼ਾ ਵਿੱਚ ਇਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਸੀ। ਉਹ ਕਹਿੰਦੇ ਸੀ ਵੀ ਤੇਰਾ ਇਸ ਜਿਹੜੇ ਜਲਾਲ ਨੇ ਇਹਨਾਂ ਨੂੰ ਕੋਲੂ ਚ ਪੀੜਿਆ ਸੀ ਨਾ, ਕਹਿੰਦੇ ਤੇਰਾ ਨਾਂ ਤੇ ਕਦੀ ਕਿਸੇ ਨੇ ਨਹੀਂ ਲੈਣਾ। ਜੇ ਮੋਤੀ ਮਹਿਰੇ ਦੇ ਥਾਂ ਥਾਂ ਕੇ ਗੁਰਦੁਆਰੇ ਬਣ ਗਿਆ ਤਾਂ ਸਦਾ ਨਾਂ ਰੋਸ਼ਨ ਹੋਊਗਾ। ਜੀ, ਤੁਹਾਡੇ ਨਾਲ ਤੁਹਾਡੇ ਬੱਚੇ ਵੀ ਇਸ ਸਥਾਨ ਦੇ ਉੱਤੇ ਆਏ ਆ ਦਰਸ਼ਨ ਕਰਨ? ਬਹੁਤ ਵਾਰ ਆਏ ਬੱਚੇ ਵੀ, ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਮੈਂ ਆਂਦੀ ਰਹੀ ਹਾਂ। ਜੀ, ਜੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਸੀ ਤਾਂ ਬੱਚਿਆਂ ਦੇ ਮਨਾਂ ਦੇ ਵਿੱਚ ਕਿਹੋ ਜਿਹੇ ਸਵਾਲ ਆਉਂਦੇ ਸੀ? ਬਹੁਤ ਤੇ ਸਿੱਖੀ ਰਾਤ ਬਹੁਤ ਚੱਲਦੇ ਮੇਰੇ ਬੱਚੇ, ਛੋਟੇ ਛੋਟਿਆਂ ਨੂੰ ਮੈਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਂਦੀ ਸੀ, ਪਰ ਮੇਰੇ ਬੱਚੇ ਧਾਰਮਿਕ ਥਾਵਾਂ ਤੇ ਬਹੁਤ ਜਾਂਦੇ, ਬਹੁਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ। ਸਾਧ ਸੰਗਤ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸਾਧ ਸੰਗਤ ਨੂੰ ਇਹ ਕਹਿੰਦੀ ਹਾਂ ਵੀ ਆਪਣੇ ਬੱਚਿਆਂ ਨੂੰ ਹਰ ਗੁਰਦੁਆਰੇ 'ਚ ਲੈ ਕੇ ਜਾਓ, ਸਿੱਖੀ ਦਾ ਇਤਿਹਾਸ ਸੁਣਾਓ। ਜੋ ਸਾਡੇ ਬੱਚੇ ਬੇਅਦਬੀ ਕਰਦੇ ਆਪਣੇ ਰੋਮਾਂ ਦੀ, ਉਹ ਬੇਅਦਬੀ ਨਾ ਕਰਨਗੇ, ਇਤਿਹਾਸ ਨੂੰ ਜਾਣਨਗੇ ਤਾਂ ਇਸ ਰਾਹ ਤੇ ਚੱਲੇ ਰਹਿਣਗੇ। ਜੀ, ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ? ਮੇਰਾ ਨਾਮ ਹੈਗਾ ਜੀ ਹਰਚਰਨ ਸਿੰਘ ਮਹਿਰਾ। ਮੈਂ ਮਹਿਰਾ ਬਰਾਦਰੀ ਨਾਲ ਰਿਲੇਟਡ ਹਾਂ ਤੇ ਇਹ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਥਾਨ ਆ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰ ਕੌਰ ਜੀ ਨੂੰ 3 ਦਿਨ, ਇਤਿਹਾਸ ਅਲੱਗ-ਅਲੱਗ ਦੱਸੀ ਜਾਂਦੇ ਨੇ, ਤੇ 3 ਰਾਤਾਂ 3 ਦਿਨ ਦੁੱਧ ਛਕਾਇਆ ਸੀ। ਇਸ ਜਿਹੜੇ ਬਾਬਾ ਮੋਤੀ ਰਾਮ ਮਹਿਰਾ ਜੀ ਸੀਗੇ, ਵਜੀਦ ਖਾਨ ਦੀ ਜਿਹੜੀ ਮੁਸਲਮਾਨੀ ਮੁਸਲਮਾਨ ਜਿਹੜਾ ਸੀਗਾ, ਜਿਵੇਂ ਕੋਈ ਕੈਦੀ ਹੁੰਦੇ ਸੀ ਹਿੰਦੂ ਕੈਦੀ, ਉਹਨਾਂ ਦੇ ਲਾਂਗਰੀ ਸੀ। ਇਹ ਲਾਂਗਰੀ ਸਿੰਘ ਸੀ, ਜਿਹੜਾ ਇਹਨਾਂ ਦਾ ਪਿਛੋਕੜ ਸੀ ਉਹ ਸਿੱਖੀ ਨਾਲ ਰਿਲੇਟਡ ਸੀਗਾ ਤੇ ਉਹ ਆਪ ਸਹਿਜਧਾਰੀ ਸੀ, ਪਰ ਜਿਹੜੀ ਅੰਦਰੂਨੀ ਤੌਰ ਤੇ ਸਿੱਖੀ ਨਾਲ ਜੁੜੇ ਹੋਏ ਸੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਹਿਬਜ਼ਾਦੇ ਵੀ ਇੱਦਾਂ ਕੈਦ ਨੇ, ਸਰਹੰਦ ਫਤਿਹਗੜ੍ਹ ਜਿਹੜਾ ਵੀ ਵਜੀਦੇ ਨੇ ਕੈਦ ਕਰੇ ਹੋਏ ਨੇ, ਫਿਰ ਉਹਨਾਂ ਨੇ ਆਪਣੇ ਮਾਤਾ ਜੀ ਨਾਲ ਵਿਚਾਰ ਕੀਤੀ। ਮਾਤਾ ਜੀ ਨੇ ਵਜੀਦੇ ਦਾ ਪ੍ਰਸ਼ਾਦਾ ਛਕਣ ਤੋਂ ਮਨਾ ਕਰਤਾ ਸੀਗਾ। ਫਿਰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਤੇ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਪ੍ਰੇਰ ਕੇ, ਕਿਉਂਕਿ ਐਜ਼ ਏ ਉਹਨਾਂ ਦੇ EMPLOYE ਸੀ, ਵਜੀਦੇ ਦੇ ਲਾਂਗਰੀ ਸਿੰਘ ਸੀਗੇ, ਉਹਨਾਂ ਨੂੰ ਪਤਾ ਸੀ ਵੀ ਜੇ ਮੈਂ ਸੇਵਾ ਕਰਦਾ ਮੈਨੂੰ ਤਸ਼ੱਦਦ ਕੋਈ ਨਾ ਕੋਈ ਸ਼ਹੀਦੀ ਦੇਣੀ ਪਊਗੀ। ਫਿਰ ਵੀ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਤਿਆਰ ਹੋਏ। 3 ਦਿਨ 3 ਰਾਤਾਂ ਆਪਣੇ ਉਹਨਾਂ ਦੇ ਧਰਮ ਸੁਪਤਨੀ ਸੀਗੇ, ਉਹਨਾਂ ਦੀ ਜਿਹੜੇ ਗਹਿਣੇ ਗੁਣੇ ਲੈ ਦੇ ਕੇ ਫਿਰ ਉਹ ਛਕਾਉਂਦੇ ਰਹੇ ਨੇ। ਔਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਮਾਤਾ ਜੀ ਨੂੰ, ਉਹਨਾਂ ਦੀ ਧਰਮ ਸੁਪਤਨੀ ਨੂੰ, ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕਰਤਾ ਸੀਗਾ। ਜੀ, ਹਾਂਜੀ। ਤੁਸੀਂ ਸਾਧ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਸੁਨੇਹਾ ਹੀ ਦੇਣਾ ਚਾਹੁੰਦਾ ਵੀ ਸੰਗਤ ਆਉਂਦੀ ਜ਼ਰੂਰ ਆ ਫਤਿਹਗੜ੍ਹ ਸਾਹਿਬ। ਉਹ ਫਤਿਹਗੜ੍ਹ ਸਾਹਿਬ ਦਰਸ਼ਨ ਮੇਲੇ ਕਰਕੇ ਮੁੜ ਜਾਂਦੀ ਆ ਤੇ ਇਹਨਾਂ ਨੇ ਵੀ ਚਲੋ ਸ਼ਹਾਦਤ ਦਿੱਤੀ ਆ ਤੇ ਇਤਿਹਾਸਕ ਗਲਾਸ ਉਸ ਟਾਈਮ ਦੇ ਮੌਜੂਦ ਨੇ ਤੇ ਉਰੇ ਵੀ ਦਰਸ਼ਨ ਦੇਣੇ ਚਾਹੀਦੇ ਨੇ। ਕੁਛ ਕੁ ਚਲੋ ਕਈ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ, ਜੇ ਸਹਿਯੋਗ ਦੇਣ ਤੇ ਇਹਨਾਂ ਦਾ ਸਥਾਨ ਹੋਰ ਵੱਡਾ ਬਣ ਸਕੇ।
ਤੇ ਇਹੀ ਚਲੋ ਉਦਾਂ ਦਰਸ਼ਨ ਪੂਰੇ ਦਰਸ਼ਨ ਮੇਲੇ ਕਰਨੇ ਚਾਹੀਦੇ ਨੇ, ਆ ਕੇ ਦਰਸ਼ਨ ਕਰਨੇ ਚਾਹੀਦੇ ਨੇ। ਇਤਿਹਾਸਿਕ ਜਿਹੜੀ ਇਤਿਹਾਸਿਕ ਚੀਜ਼ਾਂ ਨੇ ਬਹੁਤ ਹੀ ਕੁਝ ਕੁ ਬਚਿਆ ਨੇ, ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਉਹ 2 ਗਲਾਸ ਨੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦੇ, ਬਾਬਾ ਫਤਿਹ ਸਿੰਘ ਸਾਹਿਬ ਜੀ ਨੇ, ਜਿਨ੍ਹਾਂ ਗਲਾਸਾਂ 'ਚ ਦੁੱਧ ਛਕਿਆ ਸੀਗਾ ਤੇ ਇੱਕ ਜੱਗ ਹੁੰਦਾ ਸੀ ਉਹਨਾਂ ਸਮਿਆਂ ਦਾ, ਉਹ ਪਤਾ ਨਹੀਂ ਕਿੱਥੇ ਆ, ਤੇ ਉਹ ਗਲਾਸ ਸਾਂਭ ਕੇ ਰੱਖੇ ਪਏ ਨੇ। ਹਾਂਜੀ, ਇੱਕ ਪ੍ਰਾਈਵੇਟ ਟਰਸਟ ਬਣਾਇਆ ਗਿਆ ਤੇ ਇਹਦੇ ਵੀ ਸਾਰੇ ਧਰਮਾਂ ਦਾ ਯੋਗਦਾਨ ਆ, ਇਕੱਲਾ ਇਹ ਨਹੀਂ ਵੀ ਮਹਿਰਾ ਬਰਾਦਰੀ, ਆਲ ਇੰਡੀਆ ਆਲ ਵਰਲਡ ਤੋਂ ਜਿਹੜੇ ਉਰੇ ਪਾਠ ਵੀ ਚੱਲਦੇ ਨੇ, ਅਖੰਡ ਪਾਠ ਸਾਹਿਬ ਵੀ ਚੱਲਦੇ ਨੇ, ਸਾਰਾ ਕੁਝ ਚੱਲਦਾ। ਤੇ ਸਿੰਘ ਸਭਾ ਦੇ ਦਿਨਾਂ 'ਚ ਉਰੇ 2-3 ਦਿਨ ਦੁੱਧ ਦਾ ਲੰਗਰ ਲੱਗਦਾ। ਜਿੰਨੇ ਵੀ ਉਰੇ ਲੋਕਲ ਲੰਗਰ ਲਾਉਂਦੇ ਨੇ ਪਿੰਡਾਂ ਵਾਲੇ, ਉਹ ਸਾਰੇ ਇੱਥੇ ਹੀ ਸਟੇ ਕਰਦੇ ਨੇ। ਜਿਹੜਾ ਰਹਿਣਾ ਰੋਣਾ ਆਰਾਮ ਰੂਮ ਕਰਨਾ ਉਹ ਇੱਥੇ ਹੀ, ਉਹਨਾਂ ਵਾਸਤੇ ਸਪੈਸ਼ਲੀ ਕਮਰੇ ਬਣੇ ਹੋਏ ਨੇ। ਤੇ ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਜ਼ਰੂਰ ਆਉਣ, ਦਰਸ਼ਨ ਕਰਨ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ, ਇੱਕ ਸਹਿਜਧਾਰੀ ਹੋ ਕੇ ਉਹਨਾਂ ਨੇ ਐਡੀ ਬੜੀ ਸ਼ਹਾਦਤ ਦਿੱਤੀ। ਹਾਂਜੀ, ਤੇ ਆਪਾਂ ਖਾਲਸਾ ਪੰਥ ਦੇ ਜਿਹੜੇ ਜੋੜਨਾ ਚਾਹੀਦਾ ਤੋੜਨ ਨਾਲੋਂ, ਤੇ ਕੋਸ਼ਿਸ਼ ਕਰਨੀ ਚਾਹੀਦੀ ਵੀ ਸਹਿਜਧਾਰਿਆਂ ਨੂੰ ਜੋੜ ਕੇ ਚੱਲੇ ਤੇ ਪਤਾ ਲੱਗੇ ਸਾਡਾ ਵਿਰਸਾ ਕਿੱਡਾ ਬੜਾ। ਜਿਵੇਂ ਭਾਈ ਮਨੀ ਸਿੰਘ ਜੀ ਸੀ, ਉਹ ਵੀ ਸਹਿਜਧਾਰ ਹਿੰਦੂ ਪਰਿਵਾਰ 'ਚੋਂ ਸੀਗੇ, ਤੇ ਇਸੇ ਤਰ੍ਹਾਂ ਬਾਬਾ ਮੋਤੀ ਰਾਮ ਮਹਿਰਾ ਜੀ ਵੀ ਸ਼ਾਇਦ ਸਹਿਜਧਾਰੀ ਸੀਗੇ, ਪਰ ਉਹਨੇ ਸ਼ਹਾਦਤ ਦਿੱਤੀ, ਬਹੁਤ ਬੜੀ ਸ਼ਹਾਦਤ ਦਿੱਤੀ ਹੈ। ਇਹ ਸਿੱਖ ਧਰਮ ਵਾਸਤੇ ਹੀ ਸ਼ਹਾਦਤ ਦਿੱਤੀ ਆ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਬਾਬਾ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ ਜੀ? ਮੇਰਾ ਨਾਮ ਮਹਿੰਦਰਪਾਲ ਸਿੰਘ ਹੈਗਾ, ਮੈਂ ਹੈਦਰਾਬਾਦ ਅਮੀਰਪੇਟ ਤੋਂ ਹੈਗਾ ਪ੍ਰੋਪਰ ਜੀ। ਇਸ ਸਥਾਨ ਦੇ ਉੱਤੇ ਤੁਸੀਂ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਏ ਹੋ? ਮੈਂ ਪਹਿਲੀ ਵਾਰੀ ਆਇਆ ਸੀ, ਮੈਂ ਮੋਤੀ ਮਹਿਰਾ ਦਰਬਾਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਪਹਿਲੀ ਵਾਰੀ ਆਇਆ ਪਰਿਵਾਰ ਦੇ ਨਾਲ ਸਾਰੇ। ਜੀ, ਤੁਹਾਨੂੰ ਇਸ ਦਾ ਇਤਿਹਾਸ ਪਹਿਲਾਂ ਹੀ ਪਤਾ ਸੀ ਜਾਂ ਇੱਥੇ ਆ ਕੇ ਪਤਾ ਲੱਗਿਆ ਹੈ? ਮੈਂ ਪਹਿਲੇ ਸੇ ਪਤਾ ਸੀਗਾ। ਤੁਸੀਂ ਦੱਸਿਆ ਤੁਸੀਂ ਹੈਦਰਾਬਾਦ ਤੋਂ ਆਏ ਹੈਗੇ, ਉੱਥੇ ਦਾ ਇਤਿਹਾਸ ਜਿਹੜਾ ਹੈ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੋ ਸਿੱਖਾਂ ਦੇ ਨਾਲ ਜੁੜਿਆ ਹੋਇਆ। ਹਾਂਜੀ, ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਆਈ ਸੀਗੀ ਹੈਦਰਾਬਾਦ 'ਚ। ਨਿਜ਼ਾਮ ਨੇ ਬੁਲਾਇਆ ਸੀਗਾ ਮਦਦ ਵਾਸਤੇ, ਟੈਕਸ ਵਸੂਲੀ ਵਾਸਤੇ। ਤੇ उस तो बाद सारे जो भी सिंह आए थे वहाँ पर हैदराबाद में वहीं बस गए और वहीं उनका मतलब परिवार आगे बढ़ता गया, वहीं रह गए सारे। हाँ, ਉੱਥੇ ਹੋਰ ਕਿਹੜੇ ਧਾਰਮਿਕ ਸਥਾਨ ਹੈਗੇ ਆ? ਧਾਰਮਿਕ ਸਥਾਨਾਂ ਨੇ ਉੱਥੇ ਰਦਾਕਾਰ ਟਾਈਮ ਤੇ ਕੁਝ ਸਿੰਘ ਸ਼ਹੀਦ ਹੋਏ, ਉਹਨਾਂ ਦੇ ਦਰਬਾਰ ਸਾਹਿਬ ਹੈਗੇ ਉੱਥੇ। ਮਹਾਰਾਜਾ ਰਣਜੀਤ ਸਿੰਘ ਜੀ ਨਗਰ ਸਿੱਖ ਛਾਉਣੀਆਤ ਵਿਖੇ 2 ਸ਼ਹੀਦੀ ਅਸਥਾਨਾਂ ਹੈਗੇ। ਇੱਕ ਪੁਰਾਤਨ ਗੁਰਦੁਆਰਾ ਸਾਹਿਬ ਆਸ਼ਾ ਸਿੰਘ ਬਾਗ ਸ਼ਹੀਦਾਂ ਸਿੰਘ ਅਸਥਾਨ, ਉੱਥੇ ਇੱਕ ਪਰਿਵਾਰ ਸ਼ਹੀਦ ਹੋਇਆ ਸੀ ਰਦਾਕਾਰ ਪੀਰੀਅਡ ਦੇ ਟਾਈਮ। ਤੇ ਉਸ ਤੋਂ ਥੋੜੇ ਦੂਰ ਉਹਦੇ ਲਾਗੇ ਹੀ ਬਾਬਾ ਅਲਬੇਲ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈਗਾ, ਉਹ ਮਹਾਕਾਲ ਸਿੰਘ ਜੀ ਗਏ, ਮਹਾਕਾਲ ਨਿਹੰਗ ਸਿੰਘ ਜੀ ਗਏ, ਉਹਨਾਂ ਦਾ ਵੀ ਸ਼ਹੀਦੀ ਅਸਥਾਨ ਹੈ ਉੱਥੇ। ਤੇ ਗੁਰਦੁਆਰਾ ਅਮੀਰਪੇਟ ਸਾਹਿਬ ਦੇ ਥੋੜਾ ਨੇੜੇ ਹੀ ਸ਼ਹੀਦ ਬਾਬਾ ਮੋਹਰ ਸਿੰਘ ਜੀ ਦਾ ਵੀ ਸ਼ਹੀਦੀ ਅਸਥਾਨ ਹੈਗਾ ਉੱਥੇ। ਤੇ ਸਾਰੇ ਸ਼ਹੀਦਾਂ ਸਥਾਨਾਂ ਦਾ ਰਦਾਕਾਰ ਪੀਰੀਅਡ 'ਚ ਹੋਇਆ ਸੀ। ਤੁਸੀਂ ਜਿਹੜਾ ਅੰਮ੍ਰਿਤ ਕਦੋਂ ਛਕਿਆ ਸੀਗਾ? ਛੋਟੀ ਉਮਰੀ ਛਕ ਲਿਆ ਸੀ ਜਾਂ ਫਿਰ ਵੱਡੇ ਹੋ ਕੇ ਛਕਿਆ ਸੀਗਾ? ਮੈਂ ਅੰਮ੍ਰਿਤ 14 ਜਾਂ 15 ਸਾਲ ਵਿੱਚ ਛਕਿਆ ਸੀ ਮੈਂ, ਜਦ ਸਾਡੇ ਗੁਰੂ ਜੀ ਉੱਥੇ ਅਮੀਰਪੇਟ ਸਾਹਿਬ ਜੀ ਦੇ ਮੀਤ ਗ੍ਰੰਥੀ ਸਿੰਘ, ਉਹਨਾਂ ਤੋਂ ਮੈਂ ਸੰਥਿਆ ਲਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ। ਤੇ ਉਸ ਤੋਂ ਬਾਅਦ ਮੈਂ ਹਜੂਰ ਸਾਹਿਬ ਵਿੱਚ ਅੰਮ੍ਰਿਤ ਛਕ ਕੇ ਫਿਰ ਮੈਂ ਸੰਥਿਆ ਦੀ ਸਮਾਪਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ। ਜੀ, ਤੁਹਾਡੇ ਬੱਚਿਆਂ ਨੂੰ ਜਿਹੜਾ ਇਸ ਦੇ ਇਤਿਹਾਸ ਬਾਰੇ ਪਹਿਲਾਂ ਹੀ ਪਤਾ ਸੀ ਜਾਂ ਤੁਸੀਂ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਇਸ ਦਾ ਇਤਿਹਾਸ? पता नहीं सीगा थे, अभी आके बताए हैं बच्चों को सारे परिवार को। ਬੱਚਿਆਂ ਦੇ ਮਨਾਂ ਦੇ ਵਿੱਚ ਕਿਹੋ ਜਿਹੇ ਸਵਾਲ ਆ ਰਹੇ ਸੀ ਜਦੋਂ ਤੁਸੀਂ ਇੱਥੇ ਆ ਕੇ ਬੱਚਿਆਂ ਨੂੰ ਇਹ ਇਤਿਹਾਸ ਦੱਸਿਆ? हाँ, बच्चों को पता चला गुरसिक्खी कैसी मिली हमको, बच्चों को अपने को गुरसिक्खी कैसी मिली, कितने शहीदों के बाद कितना शहीद सिंहों के बाद हमको इस सिक्की की प्राप्ति हुई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ ਜੀ, ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾਏ ਹੈ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ ਦੇ। ਸਾਧ ਸੰਗਤ ਜੀ, ਸਾਨੂੰ ਸਿੱਖੀ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ। ਸਾਨੂੰ ਇਸ ਸਿੱਖੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਜਿਵੇਂ ਅੱਜ ਅਸੀਂ ਗੱਲਬਾਤ ਕੀਤੀ ਹੈ ਤਾਂ ਦੂਰੋਂ ਨੇੜਿਓਂ ਸੰਗਤ ਆ ਕੇ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਦੀ ਹੈ, ਜਿਸ ਦੇ ਨਾਲ ਸਾਡੇ ਬੱਚਿਆਂ ਤੱਕ ਸਾਡਾ ਇਤਿਹਾਸ ਪਹੁੰਚਦਾ ਹੈ। ਤੁਹਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਧਾਰਮਿਕ ਸਥਾਨਾਂ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤੇ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਓ। ਇਸੇ ਆਸ ਦੇ ਨਾਲ ਹੁਣ ਮੈਨੂੰ ਦਮਨਪੀ ਨੂੰ ਦਿਓ ਆ ਗਿਆ। ਧੰਨਵਾਦ। ਵਾਹਿਗੁਰੂ 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 ਵਾਹਿ